ਕਿਤਾਬ ਦਾ ਨਾਮ ਏਕ ਤੇ ਉਪਜੈ ਏਕ ਸਮਾਵੈ। ਲੇਖਕ ਦਾ ਨਾਮ ਗੁਰਜੰਟ ਸਿੰਘ, ਆਸਟ੍ਰੇਲੀਆ। ਆਵਾਜ਼ ਜਗਜੀਤ ਸਿੰਘ ਈਸੇਵਾਲ। ਅਧਿਆਇ 10ਵਾਂ। ਅਧਿਆਤਮਿਕਤਾ। ਅਧਿਆਤਮਿਕਤਾ ਤੋਂ ਭਾਵ ਮਨੁੱਖ ਦੇ ਉਹਨਾਂ ਗੁਣਾਂ ਤੋਂ ਹੈ ਜਿਨ੍ਹਾਂ ਦੁਆਰਾ ਉਹ ਬਾਕੀ ਸੰਸਾਰ ਤੋਂ ਕਾਫੀ ਭਿੰਨ ਹੋ ਜਾਂਦਾ ਹੈ। ਉਹ ਸਦਾਚਾਰ, ਨਿਆਂ, ਅਨੁਸ਼ਾਸਨ, ਸਹਿਣਸ਼ੀਲਤਾ, ਸੱਚ, ਤਿਆਗ, ਦਿਆਲਤਾ, ਨਿਮਰਤਾ, ਸਹਿਯੋਗ, ਪਿਆਰ, ਇਮਾਨਦਾਰੀ ਅਤੇ ਪ੍ਰਭੂ ਭਗਤੀ ਆਦਿ ਸਦਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ। ਇਹ ਧਰਮ ਵਿੱਚ ਪ੍ਰਪਗਤਾ ਹਾਸਲ ਕਰਨ ਤੋਂ ਬਾਅਦ ਆਉਣ ਵਾਲੀ ਅਵਸਥਾ ਹੈ। ਆਮ ਤੌਰ 'ਤੇ ਲੋਕ ਇਹ ਸੋਚਦੇ ਹਨ ਕਿ ਅਸੀਂ ਸਿੱਧੇ ਹੀ ਅਧਿਆਤਮਿਕਤਾ ਵਿੱਚ ਪ੍ਰਵੇਸ਼ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਲਈ ਉਹ ਯਤਨ ਵੀ ਕਰਦੇ ਹਨ, ਪਰ ਕੁਝ ਕੁ ਸਮਾਂ ਲੰਘਣ ਉਪਰੰਤ ਉਹ ਡੋਲ ਜਾਂਦੇ ਹਨ ਤੇ ਫਿਰ ਇੱਕ ਆਮ ਇਨਸਾਨ ਬਣ ਜਾਂਦੇ ਹਨ। ਉਹ ਦੁਬਾਰਾ ਮਾਇਆ ਜਾਲ ਵਿੱਚ ਫਸ ਜਾਂਦੇ ਹਨ। ਇਸ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਉਹਨਾਂ ਨੇ ਧਰਮ ਦੇ ਨਿਯਮਾਂ ਅਤੇ ਸਿੱਖਿਆਵਾਂ ਉੱਪਰ ਚੱਲ ਕੇ ਆਪਣੇ ਆਪ ਨੂੰ ਅਧਿਆਤਮਿਕਤਾ ਲਈ ਪੱਕੇ ਨਹੀਂ ਕੀਤਾ ਹੁੰਦਾ। ਬਿਨਾਂ ਕਿਸੇ ਖੇਡ ਵਿੱਚ ਨਿਪੁੰਨਤਾ ਹਾਸਲ ਕੀਤੇ ਜੇ ਅਸੀਂ ਉਸ ਖੇਡ ਦੀ ਕਿਸੇ ਪ੍ਰਤੀਯੋਗਤਾ ਵਿੱਚ ਹਿੱਸਾ ਲੈਂਦੇ ਹਾਂ ਤਾਂ ਇਹ ਮੂਰਖਤਾ ਹੈ। ਅਸੀਂ ਬਿਨਾਂ ਦਾਅਓ ਪੇਚ ਸਿੱਖੇ ਕਿਸੇ ਵੀ ਖੇਡ ਦੀ ਪ੍ਰਤੀਯੋਗਤਾ ਨੂੰ ਜਿੱਤ ਨਹੀਂ ਸਕਦੇ। ਇਸੇ ਤਰ੍ਹਾਂ ਹੀ ਅਧਿਆਤਮਿਕਤਾ ਵਿੱਚ ਸਿੱਧੇ ਹੀ ਪ੍ਰਵੇਸ਼ ਕਰਨ ਨਾਲ ਹੁੰਦਾ ਹੈ। ਅਸੀਂ ਅਧਿਆਤਮਿਕਤਾ ਲਈ ਪੂਰੀ ਤਰ੍ਹਾਂ ਤਿਆਰ ਹੋਏ ਬਿਨਾਂ ਹੀ ਆਪਣੇ ਆਪ ਨੂੰ ਅਧਿਆਤਮਿਕਤਾ ਦੇ ਸਿਧਾਂਤਾਂ ਉੱਤੇ ਤੋਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਅੰਤ ਹੁੰਦਾ ਕੀ ਹੈ? ਅਸੀਂ ਆਪਣਾ ਹੌਸਲਾ ਛੱਡ ਦਿੰਦੇ ਹਾਂ। ਅਸੀਂ ਸੋਚਦੇ ਹਾਂ ਕਿ ਸਾਨੂੰ ਕੁਝ ਨਹੀਂ ਮਿਲਿਆ, ਮੇਰੇ ਨਾਲ ਕੁਝ ਵੀ ਚੰਗਾ ਨਹੀਂ ਹੋ ਰਿਹਾ, ਮੇਰੀ ਅਰਦਾਸ ਨਹੀਂ ਮੰਨੀ ਜਾ ਰਹੀ, ਮੇਰੇ ਘਰ ਵਿੱਚ ਸੁੱਖ ਨਹੀਂ ਹੈ। ਇਸ ਤੋਂ ਬਾਅਦ ਅਸੀਂ ਅਧਿਆਤਮਿਕਤਾ ਦਾ ਤਿਆਗ ਕਰ ਦਿੰਦੇ ਹਾਂ ਤੇ ਮਾਇਆ ਜਾਲ ਵਿੱਚ ਫਸ ਕੇ ਸੰਸਾਰੀ ਬਣ ਜਾਂਦੇ ਹਾਂ। ਜਦੋਂ ਇੱਕ ਨੌਜਵਾਨ ਪਹਿਲਵਾਨ ਬਣਨ ਲਈ ਅਭਿਆਸ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਪਹਿਲਾਂ ਪਹਿਲਵਾਨੀ ਦੇ ਦਾਅਓ ਪੇਚ ਬਾਰੇ ਜਾਣਕਾਰੀ ਹਾਸਲ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਉਹ ਹਰ ਇੱਕ ਦਾਅਓ ਪੇਚ ਨੂੰ ਬਾਰ-ਬਾਰ ਅਜ਼ਮਾ ਕੇ ਇਹਨਾਂ ਵਿੱਚ ਨਿਪੁੰਨਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਹਿਲਾਂ ਉਸ ਨੂੰ ਕੁਸ਼ਤੀ ਲੜਦੇ ਸਮੇਂ ਇਹਨਾਂ ਦਾਅਓ ਪੇਚਾਂ ਵੱਲ ਕਾਫੀ ਜ਼ਿਆਦਾ ਧਿਆਨ ਲਗਾਉਣਾ ਪੈਂਦਾ ਹੈ। ਉਹ ਹਰ ਦਾਅਓ ਪੇਚ ਨੂੰ ਇਸਤੇਮਾਲ ਕਰਨ ਸਮੇਂ ਇਸ ਦੀ ਵਿਧੀ ਬਾਰੇ ਚੰਗੀ ਤਰ੍ਹਾਂ ਕਾਫੀ ਜ਼ਿਆਦਾ ਸੋਚ ਵਿਚਾਰ ਕਰਦਾ ਹੈ, ਜਿਵੇਂ ਕਿ ਸਾਹਮਣੇ ਵਾਲੇ ਦੀ ਸਥਿਤੀ ਕੀ ਹੈ, ਉਸ ਦੀ ਕਿਹੜੀ ਲੱਤ ਅੱਗੇ ਹੈ, ਉਸਨੇ ਆਪਣਾ ਭਾਰ ਕਿਸ ਲੱਤ ਉੱਤੇ ਪਾਇਆ ਹੋਇਆ ਹੈ, ਉਸਨੇ ਅੱਗੇ ਵੱਲ ਨੂੰ ਜ਼ੋਰ ਲਗਾਇਆ ਹੋਇਆ ਹੈ ਜਾਂ ਪਿੱਛੇ ਵੱਲ ਨੂੰ ਲਗਾਇਆ ਹੋਇਆ ਹੈ। ਉਹ ਹਰ ਦਾਅਓ ਪੇਚ ਇਸਤੇਮਾਲ ਕਰਨ ਤੋਂ ਪਹਿਲਾਂ ਕਾਫੀ ਸੋਚਦਾ ਹੈ, ਪਰ ਜਦੋਂ ਉਹ ਲੰਮਾ ਸਮਾਂ ਕਸਰਤ ਕਰਕੇ ਅਭਿਆਸ ਦੁਆਰਾ ਇਹਨਾਂ ਦਾਅਓ ਪੇਚਾਂ ਵਿੱਚ ਨਿਪੁੰਨਤਾ ਹਾਸਲ ਕਰ ਲੈਂਦਾ ਹੈ ਤਾਂ ਫਿਰ ਉਸ ਨੂੰ ਕੁਸ਼ਤੀ ਲੜਨ ਸਮੇਂ ਇਹਨਾਂ ਬਾਰੇ ਜ਼ਿਆਦਾ ਸੋਚ ਵਿਚਾਰ ਕਰਨ ਦੀ ਲੋੜ ਨਹੀਂ ਪੈਂਦੀ। ਉਹ ਇੰਨਾ ਨਿਪੁੰਨ ਹੋ ਜਾਂਦਾ ਹੈ ਕਿ ਕੁਸ਼ਤੀ ਲੜਦੇ ਸਮੇਂ ਉਸ ਨੂੰ ਸਿਰਫ ਇੰਨਾ ਹੀ ਸੋਚਣਾ ਪੈਂਦਾ ਹੈ ਕਿ ਮੈਂ ਕਿਹੜਾ ਦਾਅਓ ਲਗਾਉਣਾ ਹੈ ਤੇ ਉਸ ਦਾ ਸਰੀਰ ਆਪਣੇ ਆਪ ਸਟੀਕ ਤਕਨੀਕ ਵਿੱਚ ਕਿਰਿਆ ਕਰਕੇ ਉਸ ਦਾਅਓ ਨਾਲ ਸਾਹਮਣੇ ਵਾਲੇ ਨੂੰ ਚਿੰਤ ਕਰ ਦਿੰਦਾ ਹੈ। ਇੰਝ ਹੀ ਅਧਿਆਤਮਿਕਤਾ ਹੈ। ਇਸ ਵਿੱਚ ਪ੍ਰਵੇਸ਼ ਸਿਰਫ ਉਦੋਂ ਹੀ ਹੋ ਸਕਦਾ ਹੈ ਜਦੋਂ ਅਸੀਂ ਦਿਆਲਤਾ, ਅਨੁਸ਼ਾਸਨ, ਨਿਆਂ, ਸੱਚ, ਇਮਾਨਦਾਰੀ, ਪਿਆਰ, ਪ੍ਰਭੂ ਭਗਤੀ ਆਦਿ ਸਦਗੁਣਾਂ ਨੂੰ ਪੂਰਨ ਰੂਪ ਵਿੱਚ ਧਾਰਨ ਕਰ ਲੈਂਦੇ ਹਾਂ। ਜਦ ਅਸੀਂ ਧਰਮ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਇਹ ਸਾਡੇ ਗੁਣ ਨਹੀਂ ਹੁੰਦੇ। ਉਸ ਸਮੇਂ
ਇਹ ਸਾਡੇ ਗੁਰੂ ਦੀਆਂ ਸਿੱਖਿਆਵਾਂ ਹੁੰਦੀਆਂ ਹਨ। ਅਸੀਂ ਇਹਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਵਾਰ-ਵਾਰ ਕੋਸ਼ਿਸ਼ ਕਰਦੇ ਹਾਂ ਤੇ ਜਦ ਅਸੀਂ ਲੰਮਾ ਸਮਾਂ ਇਹਨਾਂ ਸਿੱਖਿਆਵਾਂ ਉੱਤੇ ਚੱਲਦੇ ਹਾਂ ਤਾਂ ਇਹ ਸਿੱਖਿਆਵਾਂ ਸਾਰੇ ਗੁਣ ਬਣ ਜਾਂਦੀਆਂ ਹਨ। ਫਿਰ ਅਸੀਂ ਇਹਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰਦੇ, ਸਗੋਂ ਅਸੀਂ ਖੁਦ ਹੀ ਇਹਨਾਂ ਵਿੱਚ ਗੁੜਚ ਹੋ ਜਾਂਦੇ ਹਾਂ। ਉਸ ਸਮੇਂ ਅਸੀਂ ਅਧਿਆਤਮਿਕ ਬਣ ਜਾਂਦੇ ਹਾਂ। ਜੇਕਰ ਤੁਸੀਂ ਧਰਮ ਵਿੱਚ ਪਰਪੱਕਤਾ ਹਾਸਲ ਕਰਕੇ ਅਧਿਆਤਮਿਕਤਾ ਵਿੱਚ ਪ੍ਰਵੇਸ਼ ਕੀਤਾ ਹੈ, ਫਿਰ ਤੁਸੀਂ ਕਦੇ ਵੀ ਨਹੀਂ ਡੋਲ ਸਕਦੇ। ਪਰ ਜੇਕਰ ਤੁਸੀਂ ਧਰਮ ਤੋਂ ਬਿਨਾਂ ਹੀ ਸਿੱਧੇ ਹੀ ਬਣਾਵਟੀ ਤਰੀਕੇ ਨਾਲ ਅਧਿਆਤਮਿਕਤਾ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇੱਕ ਨਾ ਇੱਕ ਦਿਨ ਮਾਇਆ ਜਾਲ ਵਿੱਚ ਫਸ ਹੀ ਜਾਓਗੇ। ਧਰਮ ਦੁਆਰਾ ਪਰਪੱਕਤਾ ਹਾਸਲ ਕਰਕੇ ਜਦੋਂ ਅਸੀਂ ਅਧਿਆਤਮਿਕ ਬਣ ਜਾਂਦੇ ਹਾਂ ਤਾਂ ਸਾਡਾ ਮਾਰਗ ਸਰਲ ਹੋ ਜਾਂਦਾ ਹੈ। ਫਿਰ ਸਾਡੇ ਜੀਵਨ ਦੀ ਗੱਡੀ ਤੇਜ਼ੀ ਨਾਲ ਅੱਗੇ ਵਧਣ ਲੱਗ ਜਾਂਦੀ ਹੈ। ਧਰਮ ਇਸ ਤਰ੍ਹਾਂ ਹੈ ਕਿ ਜਿਵੇਂ ਕਾਰ ਨੂੰ ਧੱਕਾ ਲਗਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਅਧਿਆਤਮਿਕਤਾ ਇਸ ਤਰ੍ਹਾਂ ਹੈ ਜਿਵੇਂ ਅਸੀਂ ਡਰਾਈਵਰ ਸੀਟ ਉੱਤੇ ਬੈਠ ਕੇ ਸਟੀਅਰਿੰਗ ਆਪਣੇ ਹੱਥਾਂ ਵਿੱਚ ਫੜਿਆ ਹੋਇਆ ਹੈ ਤੇ ਕਾਰ ਦਾ ਇੰਜਣ ਇਸ ਨੂੰ ਤੇਜ਼ੀ ਨਾਲ ਦੌੜਾ ਕੇ ਅੱਗੇ ਵੱਲ ਨੂੰ ਲਿਜਾ ਰਿਹਾ ਹੈ। ਕਾਰ ਨੂੰ ਧੱਕਾ ਲਗਾਉਣ ਤੋਂ ਭਾਵ ਗੁਰੂ ਦੀਆਂ ਸਿੱਖਿਆਵਾਂ ਨੂੰ ਧੱਕੇ ਨਾਲ ਜ਼ਿੰਦਗੀ ਵਿੱਚ ਲਾਗੂ ਕਰਕੇ ਗੁਣਾ ਰੂਪੀ ਇੰਜਣ ਨੂੰ ਸਟਾਰਟ ਕਰਨਾ ਹੈ। ਇੰਜਣ ਦੁਆਰਾ ਕਾਰ ਨੂੰ ਅੱਗੇ ਲਿਜਾਣ ਤੋਂ ਭਾਵ ਸਾਡੇ ਗੁਣਾਂ ਕਾਰਨ ਸਾਡਾ ਪਰਮਾਤਮਾ ਤੱਕ ਜਾਣ ਵਾਲੇ ਮਾਰਗ ਉੱਤੇ ਆਸਾਨੀ ਨਾਲ ਬਹੁਤ ਤੇਜ਼ ਰਫ਼ਤਾਰ ਉੱਤੇ ਅੱਗੇ ਵੱਲ ਨੂੰ ਵਧਣ ਤੋਂ ਹੈ। ਅਧਿਆਤਮਿਕਤਾ ਵਿੱਚ ਆਸਾਨੀ ਨਾਲ ਪ੍ਰਵੇਸ਼ ਨਹੀਂ ਹੁੰਦਾ। ਇਸ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸਾਨੂੰ ਧਰਮ ਦੇ ਕਠੋਰ ਮਾਰਗ ਉੱਤੇ ਚੱਲਣਾ ਹੀ ਪੈਂਦਾ ਹੈ। ਇਹ ਕਠੋਰ ਇਸ ਲਈ ਹੈ ਕਿਉਂਕਿ ਇਸ ਦੁਆਰਾ ਅਸੀਂ ਮੋਹ ਮਾਇਆ ਦਾ ਤਿਆਗ ਕਰਨਾ ਹੁੰਦਾ ਹੈ ਤੇ ਮੋਹ ਮਾਇਆ ਦਾ ਤਿਆਗ ਬੜਾ ਮੁਸ਼ਕਲ ਹੁੰਦਾ ਹੈ। ਪਰ ਜਿਉਂ ਹੀ ਅਸੀਂ ਧਰਮ ਵਿੱਚ ਪਰਪੱਕ ਹੋ ਜਾਂਦੇ ਹਾਂ, ਫਿਰ ਸਾਡਾ ਪ੍ਰਵੇਸ਼ ਅਧਿਆਤਮਿਕਤਾ ਵਿੱਚ ਹੋ ਜਾਂਦਾ ਹੈ। ਅਧਿਆਤਮਿਕਤਾ ਵਿੱਚ ਪ੍ਰਵੇਸ਼ ਤੋਂ ਬਾਅਦ ਸਾਡਾ ਪਰਮਾਤਮਾ ਤੱਕ ਜਾਣ ਦਾ ਰਸਤਾ ਬਹੁਤ ਆਸਾਨ ਹੋ ਜਾਂਦਾ ਹੈ, ਕਿਉਂਕਿ ਗੁਣ ਹੀ ਗੁਣਾਂ ਦੇ ਸਾਗਰ ਵਿੱਚ ਸਮਾ ਸਕਦੇ ਹਨ। ਪਰ ਅਧਿਆਤਮਿਕਤਾ ਵਿੱਚ ਪ੍ਰਵੇਸ਼ ਕਰਨ ਲਈ ਬਹੁਤ ਭਗਤੀ ਕਰਨੀ ਪੈਂਦੀ ਹੈ। ਭਗਤੀ ਕਰਨ ਨਾਲ ਹੀ ਸਾਡੇ ਅੰਦਰ ਅਨਮੋਲ ਗੁਣਾਂ ਦੇ ਬੀਜ ਰੁੱਖ ਬਣ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।